ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਸ ਗਰੇਵਾਲ, ਰੀਅਲ ਸਟੇਟ ਏਜੰਟ। ਤੇ ਅੱਜ ਆਪਾਂ ਗੱਲ ਕਰਾਂਗੇ ਫਸਟ ਟਾਈਮ ਹੋਮ ਬਾਇਰ ਦੀ। ਤੇ ਅੱਜ ਮੇਰੇ ਨਾਲ ਨੇ ਬਲਜਿੰਦਰ ਜੌਲ ਜੀ, ਜੋ ਕਿ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਮਾਰਗੇਜ ਕਰਦੇ ਨੇ। ਤੇ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਆਲ ਗੁੱਡ। ਜਸ, ਤੁਸੀਂ ਸੁਣਾਓ? ਬਸ ਵਧੀਆ, ਠੀਕ ਠਾਕ। ਭਾਈ, ਜਿਵੇਂ ਕਿ ਆਪਾਂ ਗੱਲ ਕਰਦੇ ਸੀ, ਫਸਟ ਟਾਈਮ ਹੋਮ ਬਾਇਰ ਨੂੰ ਕਿੱਥੋਂ ਸਟਾਰਟ ਕਰਨਾ ਚਾਹੀਦਾ ਹੈ? ਜਸ, ਮੈਨੂੰ ਲੱਗਦਾ ਕਿ ਫਸਟ ਟਾਈਮ ਹੋਮ ਬਾਇਰ ਦੇ ਜਿਹੜਾ ਕਾਮਨ ਪ੍ਰੋਬਲਮ ਹੁੰਦੀ ਹੈ ਉਹ ਇਹ ਹੈ ਕਿ ਉਹ ਰਾਈਟ ਗਾਈਡੈਂਸ ਤੋਂ ਸਟਾਰਟ ਨਹੀਂ ਕਰਦੇ। ਹਾਂਜੀ। ਰਾਈਟ ਗਾਈਡੈਂਸ ਤੋਂ ਮੇਰੀ ਮੁਰਾਦ ਹੈ ਕਿ ਜਦੋਂ ਆਪਣੇ ਕੋਲ ਇਨਫ ਡਾਊਨ ਪੇਮੈਂਟ ਹੁੰਦੀ ਹੈ, ਆਪਾਂ ਆਫਰ ਪਾਉਣ ਦੀ ਕਾਹਲੀ ਕਰਦੇ ਹਾਂ। ਹਾਂਜੀ। ਡਿਊ ਟੂ ਲੈਕ ਆਫ ਗਾਈਡੈਂਸ। ਬਿਲਕੁਲ। ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਗਾਈਡਡ ਅਪਰੋਚ ਹੋਵੇ ਤਾਂ ਉਹ ਡੀਲ ਬੜੇ ਸੁਖਾਵੇਂ ਤਰੀਕੇ ਨਾਲ ਹੋ ਜਾਏਗੀ। ਪਹਿਲਾਂ ਤਾਂ ਫਸਟ ਟਾਈਮ ਹੋਮ ਬਾਇਰ ਨੂੰ ਇਹ ਦੇਖਣਾ ਚਾਹੀਦਾ ਕਿ ਉਹਨਾਂ ਦਾ ਬਜਟ ਕੀ ਹੈ। ਬਜਟ ਤੋਂ ਮੇਰੀ ਮੁਰਾਦ ਹੈ ਕਿ ਉਹ ਮੰਥਲੀ ਕਿੰਨਾ ਬੀਅਰ ਕਰ ਸਕਦੇ ਆ, ਕਿੰਨੀ EMI ਜਿਹੜੀ ਹੈ ਮੰਥਲੀ ਕਾਸਟ ਉਹ ਬੀਅਰ ਕਰ ਸਕਦੇ ਆ। ਕਿਉਂਕਿ ਇਕੱਲੀ ਮੰਥਲੀ ਪੇਮੈਂਟ ਨਹੀਂ ਹੁੰਦੀ ਜੀ, ਉਹਦੇ ਵਿੱਚ ਪ੍ਰੋਪਰਟੀ ਟੈਕਸ ਐਡ ਹੁੰਦਾ ਹੈ, ਹਾਂਜੀ। ਉਹਦੇ ਵਿੱਚ ਇੰਸ਼ੋਰੈਂਸ ਐਡ ਹੁੰਦਾ, ਦੈਨ ਉਹ 'ਚ ਯੂਟਿਲਿਟੀਜ਼ ਐਡ ਹੁੰਦੀਆਂ। ਹਾਂਜੀ। ਸੋ ਇਹ ਸਾਰਾ ਕਨਸੈਪਟ ਜੇ ਤੁਸੀਂ ਆਪਣੇ ਕਲਾਇੰਟ ਨੂੰ ਪ੍ਰੋਪਰਲੀ ਦੱਸਦੇ ਹੋ ਤਾਂ ਉਹਦਾ ਇੱਕ ਮਾਈਂਡ ਮੇਕਅਪ ਹੁੰਦਾ ਕਿ ਮੇਰਾ ਇੱਕ ਓਵਰਆਲ ਬਜਟ ਕਿੰਨਾ, ਰਾਈਟ। ਸੋ ਮੈਨੂੰ ਲੱਗਦਾ ਕਿ ਪਹਿਲਾਂ ਉਹਨਾਂ ਨੂੰ ਨੰਬਰਸ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਅਤੇ ਰੀਅਲ ਸਟੇਟ ਏਜੰਟ ਜੇ ਕੋਈ ਬਹੁਤ ਪ੍ਰੋਫੈਸ਼ਨਲ ਆ ਤਾਂ ਇਸ ਚੀਜ਼ ਨੂੰ ਸਮਝਦਾ ਹੈ। ਅਤੇ ਬਟ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੌਰਗੇਜ ਏਜੰਟ ਨੂੰ ਇੱਥੇ ਇਨਵੋਲਵ ਕਰਕੇ ਇੱਕ ਵਾਰੀ ਨੰਬਰਸ ਜਿਹੜੇ ਆ ਪਹਿਲਾਂ ਉਹ ਸੈਡੀਮੈਂਟੇਟ ਕਰਨੇ ਚਾਹੀਦੇ, ਸਮਝਣੇ ਚਾਹੀਦੇ ਨੇ। ਹਾਂਜੀ। ਪਰ ਭਾਜੀ, ਕਈ ਵਾਰੀ ਯੂਜ਼ਲੀ ਲੋਕਾਂ ਕੋਲੇ 20% ਡਾਊਨ ਪੇਮੈਂਟ ਵੀ ਨਹੀਂ ਹੁੰਦੀ। ਬਿਲਕੁਲ ਜੀ, ਬਿਲਕੁਲ। ਇਹ ਬੜਾ ਕਾਮਨ ਕੰਸਰਨ ਹੈ ਜੀ ਫਸਟ ਟਾਈਮ ਹੋਮ ਬਾਇਰਸ ਦਾ। ਇਹਦੇ ਵਿੱਚ ਸਾਡੇ ਕੋਲ ਇੱਕ ਫਲੈਕਸੀਬਿਲਿਟੀ ਹੈ ਕਿ ਜੇ 10 ਤੋਂ 12% ਉਹ ਆਪ ਪਾ ਲੈਣ ਅਤੇ ਉੱਪਰਲਾ 10-12% ਉਹ ਗਿਫਟ ਲੈ ਸਕਦੇ ਆ, ਆਪਣੇ ਕਲੋਜ਼ ਰਿਸ਼ਤੇਦਾਰਾਂ ਤੋਂ ਲੈ ਸਕਦੇ ਆ। ਜਿੱਦਾਂ ਆਪਣੀ ਕਮਿਊਨਿਟੀ ਮੋਸਟਲੀ ਪਿੱਛੋਂ ਇੰਡੀਆ ਤੋਂ ਬਿਲੋਂਗ ਕਰਦੀ, ਉਹ ਪਿੱਛੋਂ ਪੈਸੇ ਮੰਗਾ ਸਕਦੇ ਆ। ਔਰ ਆਈ ਬਲੀਵ ਕਿ ਕਿਉਂਕਿ ਘਰ ਬਹੁਤ ਵੱਡੀ ਇਨਵੈਸਟਮੈਂਟ ਹੈ, ਆਈ ਥਿੰਕ ਮੋਸਟਲੀ ਲੋਕ ਜਾਂ ਉਹਨਾਂ ਦੇ ਪਿੱਛੋਂ ਪੇਰੈਂਟਸ ਜਿਹੜੇ ਉਹਨਾਂ ਨਾਲ ਕੋਆਪਰੇਟ ਕਰਦੇ ਆ। ਭਾਜੀ, ਇਹਦੇ ਨਾਲ ਫਿਰ ਕਲੋਜ਼ਿੰਗ ਕੋਸਟ ਕੀ ਆਊਗੀ ਫਿਰ? ਦੇਖੋ, ਕਲੋਜ਼ਿੰਗ ਕਾਸਟ ਦੇ ਵਿੱਚ ਭਾਜੀ ਮੇਜਰ ਕੰਸੀਡਰੇਸ਼ਨ ਹੁੰਦੀ ਹੈ ਜੀ ਲੈਂਡ ਟਰਾਂਸਫਰ ਟੈਕਸ। ਹਾਂਜੀ। ਠੀਕ ਹੈ। ਅਤੇ ਜੇ ਤੁਸੀਂ ਇਨਸ਼ੋਰ ਡੀਲ ਕਰ ਰਹੇ ਹੋ ਫਿਰ ਅਪਰੇਜ਼ਲ ਨਹੀਂ ਹੁੰਦਾ। ਇਨਸ਼ੋਰ ਦਾ ਮਤਲਬ ਕਿ 20% ਤੋਂ ਘੱਟ। ਹਾਂਜੀ। ਅਤੇ ਜੇ ਤੁਸੀਂ ਇਨਸ਼ੋਰ ਡੀਲ ਨਹੀਂ ਕਰ ਰਹੇ ਹੋ, 20% ਡਾਊਨ ਦੇ ਰਹੇ ਹੋ, ਫਿਰ ਅਪਰੇਜ਼ਲ ਹੁੰਦਾ ਜੀ 600-700 ਦਾ। ਅਤੇ ਲਾਇਰ ਦੀ ਫੀਸ ਆਉਂਦੀ ਹੈ ਜਿਹੜੀ ਅਮੂਮਨ 1500 ਤੋਂ 2000 ਦੇ ਵਿੱਚ ਹੁੰਦੀ ਹੈ। ਤਾਂ ਜੇ ਤੁਸੀਂ 6 ਲੱਖ ਦਾ ਘਰ ਲੈ ਰਹੇ ਹੋ, ਆਈ ਵੁੱਡ ਸੇ ਕਿ ਤੁਹਾਡੇ ਕੋਲ 10 ਤੋਂ 15,000 ਜਿਹੜਾ ਹੈ ਡਾਊਨ ਪੇਮੈਂਟ ਤੋਂ ਅਲੱਗਾ ਪਿਆ ਹੋਣਾ ਚਾਹੀਦਾ। ਭਾਜੀ, ਅੱਜ ਕੱਲ੍ਹ ਜਿਵੇਂ ਇੰਟਰਸਟ ਰੇਟ ਹਾਈ ਚੱਲ ਰਹੇ ਨੇ ਅਤੇ ਲੋਕਾਂ ਦਾ ਮੇਨ ਕੰਸਰਨ ਹੁੰਦਾ ਵੀ ਫਿਕਸ ਮੌਰਗੇਜ ਲਈਏ ਜਾਂ ਵੇਰੀਏਬਲ। ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ, ਮੇਰਾ ਹਮੇਸ਼ਾ ਪ੍ਰੈਫਰੈਂਸ ਵੇਰੀਏਬਲ ਨੂੰ ਹੁੰਦੀ ਹੈ। ਉਹਦਾ ਰੀਜ਼ਨ ਇਹ ਹੈ ਕਿ ਜਿਵੇਂ ਜੇ ਮਾਰਕੀਟ ਉੱਪਰ ਜਾ ਰਹੀ ਹੈ ਜਾਂ ਰੇਟਸ ਉੱਪਰ ਜਾ ਰਹੇ ਨੇ ਤਾਂ ਤੁਹਾਡੀ ਪੇਮੈਂਟ ਵੱਧ ਜਾਣੀ ਹੈ, ਪਰ ਜਦੋਂ ਇਹ ਥੱਲੇ ਆਉਣੀ ਹੈ ਤੁਹਾਡੀ ਪੇਮੈਂਟ ਘੱਟ ਵੀ ਜਾਣੀ ਹੈ। ਅੱਜ ਜੇ ਕੋਈ ਫਿਕਸ ਰੇਟ ਲੈਂਦਾ ਹੈ, ਮੰਨ ਲਓ 5.5-6% ਤੇ ਤੁਸੀਂ ਫਿਕਸ ਰੇਟ ਮੌਰਗੇਜ ਆਪਣੀ 5 ਸਾਲ ਵਾਸਤੇ ਲੌਕ ਕਰਾ ਰਹੇ ਹੋ, ਠੀਕ ਹੈ ਨਾ। ਇੱਕ ਤਾਂ ਉਸ ਡਿਊਰੇਸ਼ਨ 'ਚ ਜਦੋਂ ਤੁਸੀਂ ਮੌਰਗੇਜ ਬ੍ਰੇਕ ਕਰਨੀ ਤੁਹਾਨੂੰ ਪੈਨਲਟੀ ਪੈਂਦੀ ਹੈ, ਠੀਕ ਹੈ। ਉਹਦਾ ਦੇਣ ਦਾ ਕੋਈ ਏਡੀ ਲੰਬੀ ਚੌੜੀ ਪੈਨਲਟੀ ਦੇਣ ਦਾ ਕੋਈ ਮਤਲਬ ਨਹੀਂ। ਪੈਨਲਟੀ ਵੇਰੀਏਬਲ 'ਚ ਵੀ ਪੈਂਦੀ, ਬਟ ਐਜ਼ ਕੰਪੇਅਰ ਟੂ ਫਿਕਸ ਬਹੁਤ ਘੱਟ ਪੈਂਦੀ ਹੈ। ਦੂਜਾ, ਜਿਹੜਾ ਫਸਟ ਟਾਈਮ ਹੋਮ ਆਪਾਂ ਲੈਂਦੇ ਹਾਂ ਜੀ, ਇਹ ਫਸਟ ਟਾਈਮ ਹੋਮ ਬਾਇਰ ਦੀ ਜਿਹੜੀ ਵੀ ਪਹਿਲੀ ਪ੍ਰੋਪਰਟੀ ਹੁੰਦੀ ਹੈ, ਜੇ ਆਪਾਂ ਦੇਖੀਏ ਯੂਜਲੀ ਉਹ ਪ੍ਰੋਪਰਟੀ ਨੂੰ 3 ਤੋਂ 4 ਸਾਲ ਤੱਕ ਉਹ ਮੇਨਟੇਨ ਕਰਦੇ ਆ। ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਐਕਸਪੈਂਸ਼ਨ ਹੋ ਜਾਂਦੀ ਹੈ ਜਾਂ ਉਹ ਉਹਨਾਂ ਨੂੰ ਘਰ ਛੋਟਾ ਲੱਗਣ ਲੱਗ ਜਾਂਦਾ, ਉਹ ਚੇਂਜ ਕਰ ਲੈਂਦੇ ਆ। ਸੋ ਮੈਨੂੰ ਲੱਗਦਾ ਕਿ ਪਹਿਲੇ ਦਿਨ ਤੋਂ ਉਹਨਾਂ ਨੂੰ ਇਹ ਫਲੈਕਸੀਬਿਲਿਟੀ ਨਾਲ ਲੈ ਕੇ ਚੱਲਣੀ ਚਾਹੀਦੀ ਕਿ ਘਰ ਆਪਾਂ 4 ਤੋਂ 5 ਸਾਲ ਵਾਸਤੇ ਲੈ ਕੇ ਚੱਲ ਰਹੇ ਹਾਂ, ਅਤੇ ਜੇ ਆਪਾਂ ਨੂੰ ਗਾਂ ਕੋਈ ਵਧੀਆ ਡੀਲ ਮਿਲਦੀ, ਲੁਕਰੇਟਿਵ ਡੀਲ ਮਿਲਦੀ ਹੈ ਤਾਂ ਉਹਨੂੰ ਸਵਿਚ ਕਰਨ 'ਚ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ। ਬੇਸਿਕਲੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜੇ ਆਪਾਂ ਫਿਕਸ ਮੌਰਗੇਜ ਲੈਂਦੇ ਹਾਂ ਤਾਂ ਆਪਾਂ ਨੂੰ ਲੌਂਗ ਟਰਮ ਥੋੜ੍ਹਾ ਉਹਦੇ ਪਹਿਲਾਂ ਹੀ ਡਿਸੀਜਨ ਲੈਣੇ ਚਾਹੀਦੇ ਆ। ਬਿਲਕੁਲ ਜੀ, ਬਿਲਕੁਲ। ਜੇ ਆਪਾਂ ਸੋਚਦੇ ਹਾਂ ਵੀ ਘਰ ਲੈ ਕੇ ਚੇਂਜ ਕਰਨਾ, ਸਾਲ 2 ਸਾਲ ਦੇ ਵਿੱਚ ਮੌਰਗੇਜ ਬ੍ਰੇਕ ਕਰਨੀ ਹੈ ਜਾਂ ਰੀਫਾਈਨੈਂਸ ਕਰਾਉਣਾ ਜੀ, ਤਾਂ ਫਿਰ ਉਹਦੇ ਲਈ ਆਪਾਂ ਨੂੰ ਵੇਰੀਏਬਲ ਠੀਕ ਹੈ, ਰਾਈਟ। ਬਿਲਕੁਲ, ਆਪੋ ਆਪਣਾ ਟੈਂਪਰਾਮੈਂਟ ਹੁੰਦਾ ਜੀ। ਕਈ ਲੋਕ ਬਹੁਤ ਰਹਿਣਾ ਪਸੰਦ ਕਰਦੇ ਉਸ ਘਰ ਦੇ ਵਿੱਚ, ਬਟ ਜਿੱਦਾਂ ਦੀ ਆਪਣੀ ਅੱਜ ਦੀ ਜਨਰੇਸ਼ਨ ਆ ਉਹ 4-5 ਸਾਲ 2-3 ਸਾਲ ਦੇ ਬਾਅਦ ਉਹ ਸਵਿਚ ਕਰ ਜਾਂਦੇ ਆ। ਸੋ ਉਸ ਚੀਜ਼ ਨੂੰ ਪਹਿਲੇ ਦਿਨ ਤੋਂ ਹੀ ਕੈਲਕੂਲੇਟ ਕਰਕੇ ਰੱਖਣਾ ਚਾਹੀਦਾ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਤੇ ਭਾਜੀ, ਫਿਰ ਆਪਾਂ ਗੱਲ ਕਰਦੇ ਹਾਂ, ਜਿਵੇਂ ਸਭ ਤੋਂ ਪਹਿਲਾਂ ਇਹੀ ਦੇਖਿਆ ਜਾਂਦਾ ਵੀ ਕਿਸੇ ਨੂੰ ਘਰ ਕਦੋਂ ਲੈਣਾ ਚਾਹੀਦਾ। ਵੀ ਕਈ ਵਾਰ ਕੀ ਹੁੰਦਾ, ਕਲਾਇੰਟਸ ਦਾ ਹੁੰਦਾ ਵੀ ਅਸੀਂ ਪਹਿਲਾਂ ਬਿਜ਼ਨਸ ਸੈੱਟ ਕਰ ਲਈਏ ਫਿਰ ਕਰ ਲੈਣਾ, ਜਾਂ ਹੁੰਦਾ ਵੀ ਪਹਿਲਾਂ ਘਰ ਲੈ ਲਈਏ, ਜਾਂ PR ਹੋਇਆ ਰਾਈਟ ਵੇ ਕਰ ਲੈਣਾ ਚਾਹੀਦਾ ਜਾਂ ਵੇਟ ਕਰ ਲੈਣੀ ਚਾਹੀਦੀ ਆ। ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਭਾਜੀ, ਦੇਖਿਆ ਜਾਵੇ ਤਾਂ ਜੇ ਆਪਾਂ ਜਿਹੜੇ ਫੁੱਲ ਟਾਈਮ ਰੀਅਲ ਸਟੇਟ ਇਨਵੈਸਟਰਸ ਨੇ ਉਹਨਾਂ ਦੀ ਸੋਚ ਤਾਂ ਇਹੀ ਹੈ ਕਿ ਰਾਈਟ ਟਾਈਮ ਇਜ਼ ਨਾਓ ਐਟ ਐਨੀ ਗਿਵਨ ਪੁਆਇੰਟ।
ਉਹਦਾ ਸਿੱਧਾ ਕਹਿੰਦੇ ਨੇ ਕਿ ਬੈਸਟ ਟਾਈਮ ਸੀ ਅੱਜ ਤੋਂ 20 ਸਾਲ ਪਹਿਲਾਂ ਹਾਂਜੀ ਫਰਸਟ, ਤੇ ਸੈਕੰਡ ਬੈਸਟ ਟਾਈਮ ਆ ਅੱਜ। ਸੋ ਥਿਊਰੀ ਇਹ ਕਹਿੰਦੀ ਹੈ ਕਿ ਤੁਸੀਂ ਘਰ ਦੇ ਵਿੱਚ ਇਨਵੈਸਟ ਕਰ ਰਹੇ ਹੋ ਇਹ ਸੋਚ ਕੇ ਕਿ ਇੱਕ ਤੁਹਾਡੀ ਲੌਂਗ ਟਰਮ ਇਨਵੈਸਟਮੈਂਟ ਹੈ, ਹਾਂਜੀ ਇਹ ਕੋਈ ਸ਼ਾਰਟ ਟਰਮ ਬਿਟਕੋਇਨ ਵਰਗੀ ਇਨਵੈਸਟਮੈਂਟ ਤਾਂ ਹੈ ਨਹੀਂ ਕਿ ਜਿਹਨੇ ਤੁਹਾਨੂੰ ਇਮੀਡੀਏਟ ਯੀਲਡ ਦੇ ਦੇਣਾ ਹੈ। ਹਾਂਜੀ ਠੀਕ ਹੈ ਨਾ, ਪਿਛਲੇ 2 ਸਾਲ 'ਚ ਲੋਕਾਂ ਦਾ ਟੈਂਪਰਾਮੈਂਟ ਇਸ ਚੀਜ਼ ਨੂੰ ਲੈ ਕੇ ਬੜਾ ਚੇਂਜ ਹੋਇਆ ਕਿ ਅਸੀਂ 6-7 ਲੱਖ ਦੀ ਪ੍ਰਾਪਰਟੀ ਲਈ ਸੀ, 5-6 ਮਹੀਨੇ ਬਾਅਦ ਉਹ ਮਿਲੀਅਨ ਤੋਂ ਉੱਪਰ ਹੋ ਗਈ। ਬਟ ਇਹ ਇੱਕ ਰੋਂਗ ਥੋਟ ਪ੍ਰੋਸੈਸ ਹੈ ਜੀ। ਸਹੀ ਹੈ ਘਰ ਜਿਹੜਾ ਆ ਉਹਦਾ ਯੀਲਡ ਗ੍ਰੈਜੂਅਲ ਹੁੰਦਾ ਹੈ, 10 ਤੋਂ 15 ਸਾਲ ਤੱਕ ਦੀ ਇਹਦੀ ਸਹੀ ਯੀਲਡ ਆਉਂਦੀ ਹੈ ਤੁਹਾਨੂੰ। ਹਾਂਜੀ ਠੀਕ ਹੈ ਨਾ, ਔਰ ਇਸੇ ਸੋਚ ਨਾਲ ਲੈਣਾ ਚਾਹੀਦਾ। ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਲੈਣਾ ਕਦੋਂ ਚਾਹੀਦਾ ਜਾਂ ਇਹ ਸਾਊਂਡ ਇਨਵੈਸਟਮੈਂਟ ਕਿਉਂ ਆ, ਜਸਟ ਜੇ ਤੁਹਾਡੇ ਕੋਲ $1 ਲੱਖ ਤੁਹਾਡੀ ਜੇਬ 'ਚ ਪਿਆ ਜਾਂ ਤੁਹਾਡੇ ਕੋਲ ਪਿਆ ਇਨਵੈਸਟਮੈਂਟ ਰੈਡੀ ਪਿਆ, ਹਾਂਜੀ ਠੀਕ ਹੈ ਨਾ, ਜਿੱਦਾਂ ਦੇ ਜੋ ਸਾਡੀ ਕਮਿਊਨਿਟੀ ਦੀ ਆਮ ਸੋਚ ਹੈ, ਤੁਸੀਂ ਉਹਨੂੰ ਕਿੱਥੇ ਇਨਵੈਸਟ ਕਰੋਗੇ? ਕੋਈ ਹੋਰ ਬਿਜ਼ਨਸ ਇੰਨਾ ਲੁਕਰੇਟਿਵ ਹੈ ਤੁਹਾਨੂੰ ਜੇ ਤੁਸੀਂ ਲੱਭੋਗੇ ਤੁਹਾਨੂੰ ਨਹੀਂ ਮਿਲਣਾ। ਠੀਕ ਹੈ ਨਾ, ਸੋ ਰੀਅਲ ਸਟੇਟ ਆਪਾਂ ਪਹਿਲਾਂ ਤੇ ਐਸਟੈਬਲਿਸ਼ ਕਰੀਏ ਕਿ ਸਭ ਤੋਂ ਸਾਊਂਡ ਇਨਵੈਸਟਮੈਂਟ ਹੈ ਐਟ ਐਨੀ ਗਿਵਨ ਪੁਆਇੰਟ। ਹਾਂਜੀ ਠੀਕ ਹੈ ਨਾ, ਜਿਨ੍ਹਾਂ ਲੋਕਾਂ ਨੇ ਪਿਛਲੇ ਮਾਰਚ ਵਿੱਚ ਲਿਆ 22 ਦੀ ਮਾਰਚ ਵਿੱਚ ਲਿਆ 2022 ਦੀ, ਉਹ ਇਹ ਸੋਚਦੇ ਹੋਣਗੇ ਕਿ ਅਸੀਂ ਘਾਟਾ ਖਾ ਲਿਆ। ਸਹੀ ਗੱਲ ਠੀਕ ਹੈ ਨਾ, ਉਹ ਬੜਾ ਲੋਕਾਂ ਨੂੰ ਸੈਟਬੈਕ ਲਿਆ ਕਿ ਮਤਲਬ ਅਸੀਂ $1 1.5 ਮਿਲੀਅਨ ਦਾ ਲਿਆ ਸੀਗਾ ਤੇ ਹੁਣ ਉਹਦੀ 75% ਵੈਲਿਊ ਰਹਿ ਗਈ ਹੈ। ਸੋ ਮੈਂ ਉਹਨਾਂ ਲੋਕਾਂ ਨੂੰ ਵੀ ਕਹਿੰਦਾ ਕਿ ਡਿਸਹਾਰਟਡ ਹੋਣ ਦੀ ਲੋੜ ਨਹੀਂ ਹੈ, ਇਹ ਇੱਕ ਲੌਂਗ ਟਰਮ ਪ੍ਰੋਸੈਸ ਹੈ, ਲੌਂਗ ਟਰਮ ਇਨਵੈਸਟਮੈਂਟ ਹੈ। ਜੇ ਅੱਜ ਉਹਦਾ ਘਰ ਦਾ ਮੁੱਲ ਨਹੀਂ ਮਿਲਦਾ, ਇਹਨੂੰ ਕਲੋਜ਼ ਕਰਾ ਲਓ, ਸਾਲ 1.5 ਸਾਲ 2 ਸਾਲ ਬਾਅਦ ਤੁਹਾਨੂੰ ਉਹਦਾ ਘੱਟੋ ਘੱਟ ਉਹ ਮੁੱਲ ਮਿਲ ਜੂਗਾ, ਗ੍ਰੈਜੂਅਲੀ ਉਹਨੇ ਵੱਧ ਕੇ ਵਿਕਣਾ। ਹੁਣ ਆਪਾਂ ਗੱਲ ਕਰਦੇ ਕਿ ਸਟਾਰਟ ਕਦੋਂ ਕਰਨਾ ਚਾਹੀਦਾ ਭਾਜੀ? ਜਿਸ ਦਿਨ ਤੁਸੀਂ PR ਹੋ ਜਾਂਦੇ ਹੋ ਤੇ ਤੁਹਾਡਾ ਕੰਮ ਠੀਕ ਚੱਲ ਰਿਹਾ, ਤੁਹਾਨੂੰ ਠੀਕ ਇਨਕਮ ਆ ਰਹੀ ਹੈ, ਤੇ ਆਈ ਡੋਂਟ ਥਿੰਕ ਕਿ ਤੁਹਾਨੂੰ ਰੈਂਟ ਉੱਤੇ ਪੈਸੇ ਵੇਸਟ ਕਰਨੇ ਚਾਹੀਦੇ ਆ। ਸਹੀ ਗੱਲ ਹੈ। ਐਸ ਸੂਨ ਐਸ ਪੋਸੀਬਲ ਛੋਟੀ ਇਨਵੈਸਟਮੈਂਟ ਤੋਂ ਸਟਾਰਟ ਕਰ ਲਓ। ਹਾਂਜੀ ਜੇ ਤੁਸੀਂ ਡਿਟੈਚ ਨਹੀਂ ਲੈ ਸਕਦੇ ਸੈਮੀ ਲਓ, ਸੈਮੀ ਨਹੀਂ ਲੈ ਸਕਦੇ ਟਾਊਨ ਲਓ, ਟਾਊਨ ਨਹੀਂ ਲੈ ਸਕਦੇ ਕੋਂਡੋ ਲੈ ਲਓ, ਸਟਾਰਟ ਕਰੋ ਰਾਈਟ। ਕਿਉਂਕਿ ਇਹ ਘਰ ਲੈਣਾ ਜਿਹੜਾ ਤੁਹਾਡੇ ਇਸ ਮਾਰਕੀਟ 'ਚ ਕੈਨੇਡੀਅਨ ਮਾਰਕੀਟ ਦੇ ਵਿੱਚ ਪੈਰ ਲਵਾ ਦਿੰਦਾ। ਹਾਂਜੀ ਯੂ ਸ਼ੁੱਡ ਸਟਾਰਟ ਐਟ ਐਨੀ ਗਿਵਨ ਮੂਮੈਂਟ, ਤੇ ਇਹਦੇ ਵਿੱਚ ਵੇਟ ਨਹੀਂ ਕਰਨੀ ਚਾਹੀਦੀ। ਹਾਂਜੀ ਭਾਈ, ਜਿਵੇਂ ਤੁਸੀਂ ਕਹਿੰਦੇ ਹੋ ਲਾਈਕ ਬਿਟਕੋਇਨ ਦੇ ਵਿੱਚ ਜਾਂ ਸ਼ੇਅਰ ਮਾਰਕੀਟ ਜਾਂ ਕਿਤੇ ਵੀ ਕਰਦੇ ਆ, ਤੇ ਉੱਥੇ ਇਦਾਂ ਵੀ ਆਪਾਂ ਨੂੰ ਸਾਰੇ ਪਾਸੇ ਥੋੜੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਬਟ ਉਹਦੇ ਵਿੱਚ ਆਪਾਂ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਸਕਦੇ। ਜੇ ਆਪਣੇ ਕੋਲ 60-80,000 ਹੈਗਾ ਤੇ ਆਪਾਂ ਉਹਨੂੰ ਸਾਰੇ ਨੂੰ ਨਾ ਬਿਟਕੋਇਨ 'ਚ ਲਾ ਸਕਦੇ ਹਾਂ, ਨਾ ਉਹਨੂੰ ਕਿਸੇ ਹੋਰ ਪਾਸੇ ਲਾ ਸਕਦੇ ਹਾਂ, ਰਾਈਟ, ਨਾ ਇੰਨੀ ਮਨੀ ਆਪਾਂ ਕਿਸੇ ਬਿਜ਼ਨਸ 'ਚ ਲਾ ਸਕਦੇ ਹਾਂ। ਉਹਦੇ 'ਚ ਆਪਾਂ ਨੂੰ ਇਹ ਨਹੀਂ ਹੈਗਾ, ਸ਼ੋਰਟੀ ਨਹੀਂ ਹੈਗੀ ਵੀ ਆਪਾਂ ਨੂੰ ਉਨੀ ਟਰਨਓਵਰ ਆਊਗੀ ਉਹਦੀ। ਬਿਲਕੁਲ। ਵੈਸੇ ਭਾਜੀ ਆਮ ਇਹ ਗੱਲ ਕਹੀ ਜਾਂਦੀ ਕਿ ਨੈਵਰ ਪਲੇਸਡ ਆਲ ਆਫ ਯੋਰ ਐਗਸ ਇਨ ਸਿੰਗਲ ਬਾਸਕਟ, ਵੀ ਇੱਕੇ ਪਾਸੇ ਸਾਰੀ ਇਨਵੈਸਟਮੈਂਟ ਨਹੀਂ ਵਾੜਨੀ ਚਾਹੀਦੀ। ਮੈਂ ਤੁਹਾਡੀ ਗੱਲ ਨਾਲ ਐਗਰੀ ਵੀ ਹਾਂ, ਤੇ ਬਟ ਜੇ ਤੁਸੀਂ ਦੇਖੋਗੇ ਸਾਊਂਡ ਇਨਵੈਸਟਮੈਂਟਸ ਹੈ ਵੀ ਕਿਹੜੀਆਂ। ਹਾਂਜੀ, ਬਿਟਕੋਇਨ ਲੋਕਾਂ ਨੇ ਉਦੋਂ ਲੈਣਾ ਸਟਾਰਟ ਕੀਤਾ ਕਿ ਜਦੋਂ ਬਿਟਕੋਇਨ ਉਹਦੇ ਪ੍ਰਾਈਮ ਤੇ ਸੀ। ਸਹੀ ਗੱਲ ਹੈ। ਤੇ ਬਿਟਕੋਇਨ ਤੋਂ ਇਲਾਵਾ ਜਿੰਨੇ ਕੋਇਨਸ ਆਏ ਨੇ, ਉਹ ਮਤਲਬ ਉਹ ਚੀਜ਼ਾਂ ਉਹ ਨੇ ਜਿੱਥੇ ਤੁਹਾਨੂੰ ਟ੍ਰੇਡ ਦੇ ਵਿੱਚ 24 ਘੰਟੇ ਨਾਲ ਬਹਿਣਾ ਪੈਂਦਾ। ਹਾਂਜੀ, ਠੀਕ ਹੈ ਨਾ, ਤੇ ਇਹਦੇ ਵਿੱਚ ਇਹ ਲੌਂਗ ਟਰਮ ਇਨਵੈਸਟਮੈਂਟ ਨਹੀਂ ਹੈਗੀ ਕੋਈ ਵੀ ਕੋਇਨ, ਇਹ ਟ੍ਰੇਡੇਬਲ ਕਰੰਸੀਜ਼ ਨੇ, ਜਾਂ ਤੁਸੀਂ ਉੱਤੇ ਟ੍ਰੇਡ ਕਰਦੇ ਹੋ ਰੋਜ਼ ਬਰ ਰੋਜ਼ ਤਾਂ ਤੁਹਾਨੂੰ ਉਹਦਾ ਕੈਸ਼ ਆਉਂਦਾ। ਸਹੀ ਗੱਲ, ਠੀਕ ਹੈ ਨਾ। ਰੀਅਲ ਸਟੇਟ ਦੇ ਵਿੱਚ ਮੇਰੀ ਜੋ ਸੋਚ ਹੈ, ਜੋ ਮੇਰਾ ਪਰਸਨਲ ਓਪੀਨੀਅਨ ਹੋ ਸਕਦਾ ਤੁਹਾਡਾ ਡਿਫਰ ਹੋਵੇ, ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਵਾਰੀ ਪੈਸੇ ਲਾ ਕੇ ਬਹਿ ਜਾਂਦੇ ਹੋ, ਤੁਸੀਂ ਇੱਕ ਵਾਰੀ ਇਹਨੂੰ ਤਰੀਕੇ ਨਾਲ ਨੰਬਰਸ ਕੈਲਕੂਲੇਟ ਕਰਦੇ ਹੋ ਕਿ ਇੰਨੀ ਕੁ ਮੇਰੀ ਮੰਥਲੀ ਮੋਰਗੇਜ ਬਣਦੀ ਹੈ, ਮੈਨੂੰ ਇੰਨਾ ਕਿ ਚੋਂ ਰੈਂਟ ਆਉਣਾ, ਠੀਕ ਹੈ, ਤੇ ਮੇਰੀ ਹੋ ਸਕਦਾ ਇੰਨੀ ਕਿ ਦੀ ਮੇਨਟੇਨੈਂਸ ਕਾਸਟ ਹੋਵੇ। ਠੀਕ ਹੈ, ਉਹ ਜੇ ਤੁਸੀਂ ਡਿਲੀਜੈਂਟਲੀ ਨੰਬਰ ਆਪਣੇ ਕੈਲਕੂਲੇਟ ਕੀਤੇ ਆ ਤੇ ਉਹ ਤੁਹਾਨੂੰ ਰੋਜ਼ ਉਹਦੇ ਪਿੱਛੇ ਘੁੰਮਣ ਦੀ ਲੋੜ ਨਹੀਂ ਹੈਗੀ। ਜਦ ਕਿ ਜਿਹੜੀਆਂ ਇਹ ਇਨਵੈਸਟਮੈਂਟਸ ਨੇ ਮੈਂ ਵੀ ਕਰਕੇ ਦੇਖੀ ਆ, ਮੈਨੂੰ ਇਸ ਕਰਕੇ ਨਹੀਂ ਪੁੱਗੀਆਂ ਕਿ ਮੈਨੂੰ ਰੋਜ਼ ਟ੍ਰੇਡਿੰਗ ਕਰਨੀ ਪੈਂਦੀ ਸੀਗੀ, ਤਾਂ ਉਹਦੇ ਉੱਤੇ ਸਕਰੀਨ ਦੇ ਉੱਤੇ ਬਹਿਣਾ ਪੈਂਦਾ ਸੀਗਾ। ਸੋ ਉਹ ਮੈਨੂੰ ਲੱਗਦਾ ਕਿ ਉਨੀ ਮੇਰੇ ਵਾਸਤੇ ਉਨੀ ਲੁਕਰੇਟਿਵ ਜਿਹੜੀ ਇਨਵੈਸਟਮੈਂਟ ਨਹੀਂ ਸੀਗੀ। ਹੋ ਸਕਦਾ ਜਿਹੜਾ ਬੰਦਾ ਉਹਨੂੰ ਟਾਈਮ ਦਿੰਦਾ ਹੋਵੇ ਉਹਨੂੰ ਇਹ ਪੁੱਗਦੀ ਵੀ ਹੋਵੇ, ਪਰ ਮੈਨੂੰ ਲੱਗਦਾ ਕਿ ਆਮ ਜਿੱਦਾਂ ਦਾ ਸਾਡਾ ਪੰਜਾਬੀ ਲੋਕਾਂ ਦਾ ਸੁਭਾਅ ਹੁੰਦਾ, ਆਪਾਂ ਇੰਨੇ ਪੇਸ਼ੈਂਸ ਨਾਲ ਉਹਨੂੰ ਨਹੀਂ ਦੇਖ ਸਕਦੇ, ਤੇ ਉਹ ਮੈਨੂੰ ਲੱਗਦਾ ਕਿ ਔਖਾ ਸੀਗਾ। ਜਾਂ ਇਨਵੈਸਟਮੈਂਟ ਰੀਅਲ ਸਟੇਟ ਦੀ ਇਦਾਂ ਵੀ ਆਪਾਂ ਇੱਕ ਸੋਲਿਡ ਇਨਵੈਸਟਮੈਂਟ ਆ ਆਪਣੇ ਸਾਹਮਣੇ ਆ। ਜੇ ਕੋਈ ਆਪਾਂ ਪ੍ਰਾਪਰਟੀ ਬਾਏ ਕਰ ਲੈਨੇ ਆ, ਰਾਈਟ, ਇੱਕ ਸੋਲਿਡ ਇਨਵੈਸਟਮੈਂਟ ਆ। ਬਿਲਕੁਲ ਜੀ, ਤੁਹਾਡਾ ਐਸੈਟ ਤੁਹਾਡੇ ਅੱਖਾਂ ਦੇ ਸਾਹਮਣੇ ਹੁੰਦਾ ਹੈ, ਆਪਣੇ ਸਾਹਮਣੇ ਆ। ਬਿਲਕੁਲ, ਔਰ ਗ੍ਰੈਜੂਅਲੀ ਇਹਦੇ ਵਿੱਚ ਇਕੁਇਟੀ ਵੱਧਦੀ ਹੈ ਭਾਜੀ। ਜਿੰਨਾ ਕੁ ਮੈਂ ਦੇਖਿਆ, ਫਸਟ ਟਾਈਮ ਹੋਮ ਬਾਇਰ ਨੂੰ ਜੇ ਘਰ ਲੈ ਵੀ ਲੈਣ, ਉਹਨੂੰ ਵੇਚ ਕੇ ਦੂਜਾ ਲੈਣ ਦੀ ਲੋੜ ਨਹੀਂ ਹੁੰਦੀ। ਸਹੀ ਗੱਲ ਆ। ਜਿੱਦਾਂ ਮਾਰਕੀਟ ਕੈਨੇਡੀਅਨ ਮਾਰਕੀਟ ਪਰਫਾਰਮ ਕਰਦੀ ਹੈ, ਤੁਸੀਂ ਗ੍ਰੈਜੂਅਲੀ ਇਹਦੇ ਵਿੱਚੋਂ ਇਕੁਇਟੀ ਕਢਾ ਸਕਦੇ ਹੋ, ਉਹ ਇਕੁਇਟੀ ਨਾਲ ਦੂਜਾ ਘਰ ਲੈ ਸਕਦੇ ਹੋ। ਸਹੀ ਗੱਲ ਹੈ। ਇਹ ਹੋ ਸਕਦਾ ਬਹੁਤ ਛੇਤੀ ਨਾ ਹੋਵੇ, ਸਾਲ 1.5 ਸਾਲ 'ਚ 2 ਸਾਲ 'ਚ ਨਾ ਹੋਵੇ, ਬਟ ਫਿਰ ਫਸਟ ਟਾਈਮ ਹੋਮ ਬਾਇਰ ਨੂੰ ਇੰਨੀ ਕਾਹਲੀ ਵੀ ਕੀ ਹੈ। ਬਿਲਕੁਲ, ਇੱਕ ਵਾਰੀ ਲੈ ਕੇ ਆਰਾਮ ਨਾਲ ਬੈਠਣ ਆਪਣੇ, ਜਦੋਂ ਉਹਨਾਂ ਦਾ ਇੱਕ ਪਾਸੇ ਪੈਰ ਲੱਗ ਗਿਆ, ਦੂਜੇ ਪਾਸੇ ਉਹ ਆਪਣੇ ਬਿਜ਼ਨਸ ਵੱਲ ਧਿਆਨ ਦੇਣ, ਆਪਣੀ ਕੰਟੀਨਿਊਸ ਐਜੂਕੇਸ਼ਨ ਵੱਲ ਧਿਆਨ ਦੇਣ, ਆਪਣੇ ਸਕਿੱਲਸ ਨੂੰ ਸੁਧਾਰਨ, ਆਪਣੀ ਇਨਕਮ ਸੋਰਸਿਸ ਵਧਾਉਣ, ਤੇ ਮਤਲਬ ਇੱਕ ਤੋਂ ਦੂਜਾ ਘਰ ਉਹ ਆਰਾਮ ਨਾਲ ਲੈ ਸਕਦੇ ਆ। ਪਰ ਗੱਲ ਇਹ ਹੈ
ਕਿ ਘਰ ਲੈਣ ਨਾਲ ਉਹਨਾਂ ਦਾ ਇੱਕ ਐਂਕਰਸ਼ਿਪ ਹੋ ਜਾਂਦੀ ਘਰ ਦੇ ਵਿੱਚ, ਮਤਲਬ ਇਸ ਮੁਲਕ ਦੇ ਵਿੱਚ ਉਹਨਾਂ ਦਾ ਇੱਕ ਪੈਰ ਲੱਗ ਜਾਂਦਾ, ਠੀਕ ਹੈ ਨਾ। ਉਹਨਾਂ ਨੂੰ ਪਤਾ ਕਿ ਉਹਨਾਂ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਸਟਾਰਟ ਹੋ ਗਈ ਹੋਈ ਹੈ, ਇੱਕ ਕਦਮ ਉਹਨਾਂ ਨੇ ਅੱਗੇ ਇੱਕ ਪੌੜੀ ਚੜ੍ਹ ਗਏ ਹੁੰਦੇ ਨੇ। ਤੇ ਭਾਜੀ ਪਰ ਗੱਲ ਇਹ ਆ ਵੀ ਇਹ ਇੱਕ ਕਦਮ ਆ ਜਿਹੜਾ ਇੱਕ ਪੌੜੀ ਚੜ੍ਹਨੀ ਆ, ਇਹ ਡਿਸੀਜਨ ਬੜਾ ਹਾਰਡ ਆ, ਉੱਥੇ ਬੜੀ ਕਨਫਿਊਜ਼ਨ ਹੁੰਦੀ ਹੈ। ਜਿਵੇਂ ਫਸਟ ਟਾਈਮ ਬਾਇਰ ਨੂੰ ਉਹਨੂੰ ਲੱਗਦਾ ਵੀ ਮੈਂ ਇਨਵੈਸਟ ਕਰਾਂ ਨਾ ਕਰਾਂ, ਉਹ ਇਹ ਕਨਫਿਊਜ਼ਨ ਦੇ ਵਿੱਚ ਹੀ ਕਈ ਵਾਰ 3-4 ਸਾਲ ਕੱਢ ਦਿੰਦੇ ਆ। ਬਿਲਕੁਲ ਜੀ, ਨਾ ਸਿਰਫ ਟਾਈਮ ਕੱਢਦੇ, ਮੈਨੂੰ ਲੱਗਦਾ ਪੈਸੇ ਵੀ ਵੇਸਟ ਕਰਦੇ ਆ, ਕਿਉਂਕਿ ਇਹ ਜਿਹੜੀ ਬੜੀ ਟੈਂਡਰ ਏਜ ਹੁੰਦੀ ਜਿੱਥੇ ਡਿਸੀਜਨ ਮੇਕਿੰਗ ਉਹਨਾਂ ਦੇ ਆਪਣੇ ਹੱਥ 'ਚ ਨਹੀਂ ਹੁੰਦੀ। ਉਹਨਾਂ ਦਾ ਸਰਕਲ ਜਿਹੜਾ ਉਹਨਾਂ ਨੂੰ ਬਹੁਤ ਇਨਫਲੂਐਂਸ ਕਰਦਾ, ਉਹਨਾਂ ਦੀ ਪਾਸਟ ਨੌਲੇਜ, ਉਹਨਾਂ ਦੇ ਜਿਹੜਾ ਕਰੰਟ ਕਿਹਨਾਂ ਲੋਕਾਂ ਨੂੰ ਅਬਜ਼ੌਰਬ ਕਰ ਰਹੇ ਨੇ, ਕਿਹਨਾਂ ਲੋਕਾਂ ਤੋਂ ਗੱਲਾਂ ਸੁਣ ਰਹੇ ਨੇ, ਇਹ ਚੀਜ਼ ਬੜੀ ਮੈਟਰ ਕਰਦੀ ਹੈ। ਕੋਈ ਵੀ ਇੱਕ ਸਿਆਣਾ ਇਨਵੈਸਟਰ ਹੈ ਜਾਂ ਸਿਆਣਾ ਆਦਮੀ ਹੈ ਜਿਹਨੇ ਮਤਲਬ ਇਸ ਮੁਲਕ 'ਚ 10-15 ਸਾਲ ਕੱਢੇ ਔਰ ਕੋਈ ਕੰਮ ਕੀਤਾ, ਉਹ ਤੁਹਾਨੂੰ ਇਹ ਕਰੇਗਾ, ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਪੈਂਪਰ ਕਰੇਗਾ ਕਿ ਤੁਸੀਂ ਆਪਣੀ ਜਿਹੜੀ ਰੀਅਲ ਸਟੇਟ ਇਨਵੈਸਟਮੈਂਟ ਇੱਕ ਟਾਈਮ ਤੇ ਸਟਾਰਟ ਕਰੋ। ਸਹੀ ਗੱਲ। ਤੇ ਬਾਕੀ ਬੇਸਿਕਲੀ ਇਹਦੇ ਵਿੱਚ ਇਹ ਆ ਵੀ ਆਪਾਂ ਇਹਨੂੰ ਸ਼ਾਰਟ ਟਰਮ ਨਾ ਲੈ ਕੇ ਚੱਲੀਏ। ਜੇ ਆਪਾਂ ਫਸਟ ਟਾਈਮ ਹੋਮ ਬਾਇਰ ਵੀ ਆ, ਉਹਨੇ ਘਰ ਵੀ ਲੈ ਲਿਆ, ਐਵਰੀਡੇ ਉਹਨੂੰ ਪ੍ਰਾਈਸ ਚੈੱਕ ਕਰਨ ਦੀ ਲੋੜ ਨਹੀਂ ਹੈਗੀ। ਇੱਕ ਵਾਰ ਉਹਨੇ ਘਰ ਲੈ ਲਿਆ, ਪ੍ਰਾਪਰਟੀ ਲੈ ਲਈ, ਇਨਵੈਸਟਮੈਂਟ ਹੋ ਗਈ, ਤੇ ਉਹਨੂੰ ਸਟੇਬਲ ਰੱਖੇ, ਪੇਸ਼ੈਂਸ ਰੱਖੇ ਤੇ ਸਹੀ ਬੰਦੇ ਦੀ ਸਲਾਹ ਲਵੇ। ਬਿਲਕੁਲ ਜੀ। ਹੋਇਆ ਅਸਲ 'ਚ ਜਿਹੜਾ ਆਪਾਂ ਜੇ ਪਿਛਲੇ 2-4-5 ਸਾਲ ਦੀ ਗੱਲ ਕਰੀਏ ਨਾ, ਲੋਕਾਂ ਨੇ ਘਰ ਨੂੰ ਐਜ਼ ਅ ਟ੍ਰੇਡੇਬਲ ਥੋੜਾ ਜਿਹਾ ਇਹਨੂੰ ਕੰਸੀਡਰ ਕਰਨਾ ਸਟਾਰਟ ਕਰਤਾ। ਛੇਤੀ ਪੈਨਿਕ ਨਹੀਂ ਹੋਣਾ ਚਾਹੀਦਾ, ਰਾਈਟ। ਹੁਣ ਇੰਡੀਆ 'ਚ ਵੀ ਆਪਾਂ ਜੇ ਦੇਖੀਏ, ਆਪਾਂ ਆਪਣੇ ਘਰਾਂ 'ਚ 2-2 3-3 ਜਨਰੇਸ਼ਨ ਰਹਿੰਦੇ ਸੀਗੇ, ਠੀਕ ਹੈ ਨਾ। ਆਪਾਂ ਆਪਣੇ ਕੰਮ ਬਿਜ਼ਨਸ ਵੱਲ ਧਿਆਨ ਦਿੰਦੇ ਸੀ, ਘਰ ਨੂੰ ਆਪਾਂ ਘਰ ਵਾਂਗੂ ਟਰੀਟ ਕਰਦੇ ਸੀਗੇ। ਇੱਥੇ ਆਪਾਂ ਘਰ ਨੂੰ ਘਰ ਵਾਂਗੂ ਟਰੀਟ ਨਹੀਂ ਕਰਦੇ। ਘਰ ਜਿਹੜੇ ਸਟਾਕ ਐਂਡ ਬੌਂਡ ਵਾਂਗੂ ਪਰਫਾਰਮ ਨਹੀਂ ਕਰਦੇ। ਹਾਲਾਂਕਿ ਤੁਹਾਡੀ ਸਭ ਤੋਂ ਮੇਜਰ ਇਨਵੈਸਟਮੈਂਟ ਇਹੀ ਹੈ, ਇਹਦੇ ਗ੍ਰੈਜੂਅਲੀ ਇਹਦੇ ਵਿੱਚ ਇਕੁਇਟੀ 'ਚੋਂ ਹੀ ਤੁਸੀਂ ਗਾਂ ਆਪਣਾ ਬਿਜ਼ਨਸ ਦੂਜਾ ਤੀਜਾ ਘਰ ਲੈ ਸਕਦੇ ਹੋ, ਚੀਜ਼ ਠੀਕ ਹੈ, ਬਟ ਇਹਨੂੰ ਲੈ ਕੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ। ਬਲਜਿੰਦਰ ਜੀ, ਆਪਾਂ ਗੱਲ ਕਰਦੇ ਵੀ ਜਿਹੜੀ ਗਿਫਟ ਮਨੀ ਹੁੰਦੀ ਆ, ਉਹਨੂੰ ਆਪਾਂ ਕਿੱਦਾਂ ਚੈਨਲਾਈਜ਼ ਕਰ ਸਕਦੇ ਹਾਂ? ਜਸ ਇਹਦੇ ਵਿੱਚ ਇਹ ਹੈ ਕਿ ਗਿਫਟ ਮਨੀ ਜਿਹੜੀ ਆਪਾਂ ਲੈਂਦੇ ਆ, ਬੈਂਕਸ ਤਾਂ ਤੁਹਾਨੂੰ ਇਹ ਕਹਿੰਦੀ ਹੈ ਕਿ ਤੁਸੀਂ ਆਪਣੇ ਕਲੋਜ਼ ਰਿਲੇਟਿਵਸ ਤੋਂ, ਪੇਰੈਂਟਸ ਤੋਂ ਜਾਂ ਐਟਲੀਸਟ ਬਲੱਡ ਰਿਲੇਟਿਵਸ ਤੋਂ ਲੈ ਸਕਦੇ ਹੋ। ਤੇ ਇਹਦੇ ਵਿੱਚ ਇਹ ਕਿ ਜੇ ਤੁਸੀਂ ਕੈਨੇਡਾ 'ਚੋਂ ਲੈ ਰਹੇ ਹੋ, ਤੁਸੀਂ ਆਪਣੇ ਕਿਸੇ ਭੈਣ ਭਰਾ ਤੋਂ ਲੈ ਸਕਦੇ ਹੋ, ਠੀਕ ਹੈ ਨਾ, ਜਾਂ ਤੁਹਾਡਾ ਕੋਈ ਬਲੱਡ ਰਿਲੇਟਿਵ ਹੈ ਉਹਦੇ ਤੋਂ ਲੈ ਸਕਦੇ ਹੋ। ਤੇ ਜੇ ਤੁਸੀਂ ਬੈਕ ਹੋਮ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਆਪਣੇ ਬੈਕ ਹੋਮ ਕਿਸੇ ਕੰਟਰੀ ਤੋਂ ਮੰਗਾ ਰਹੇ ਹੋ, ਤਾਂ ਉਹਨੂੰ ਵੀ ਤੁਸੀਂ ਲੀਗਲੀ ਮੰਗਾਓ। ਉਹਦੀਆਂ ਰਸੀਦਾਂ ਜਿਹੜੀਆਂ ਹੁੰਦੀਆਂ ਆਪਣੇ ਕੋਲ ਸੰਭਾਲ ਕੇ ਰੱਖੋ, ਕਿਉਂਕਿ ਜਿਹੜੀ ਵੀ ਟ੍ਰਾਂਜੈਕਸ਼ਨ ਕਲੋਜ਼ਿੰਗ ਤੋਂ 90 ਦਿਨ ਪਹਿਲਾਂ ਹੋਈ ਹੈ, ਜਿਹੜੇ ਵੀ ਪੈਸੇ ਤੁਹਾਨੂੰ ਆਏ ਹੈ ਜਾਂ ਤੁਸੀਂ ਮੇਜਰ ਚੰਕ ਕਿਸੇ ਪਾਸੇ ਪੇ ਕੀਤਾ, ਬੈਂਕ ਨੇ ਉਸ ਟ੍ਰਾਂਜੈਕਸ਼ਨ ਦਾ ਹਿਸਾਬ ਕਿਤਾਬ ਮੰਗਣਾ। ਸੋ ਉਹਦੀ ਜਿੰਨੀ ਪੇਪਰ ਟ੍ਰੇਲ ਹੈ, ਜਿੰਨੀਆਂ ਰਸੀਦਾਂ ਨੇ, ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਤੇ ਬੈਟਰ ਹੈ ਕਿ ਤੁਸੀਂ ਲੀਗਲੀ ਮੰਗਵਾਓ। ਹੋ ਸਕਦਾ ਥੋੜਾ ਬਹੁਤ ਟੈਕਸ ਦੇਣਾ ਪਵੇ, ਤੇ ਟੈਕਸ ਦੇਣ ਤੋਂ ਝਿਜਕੋ ਨਾ ਜੀ। ਬੈਂਕਸ ਵੀ ਮੌਰਗੇਜ ਕਰਦੀਆਂ ਨੇ ਤੇ ਮੌਰਗੇਜ ਏਜੰਟ ਵੀ ਮੌਰਗੇਜ ਕਰਦੇ ਆ, ਤੇ ਇਹਦੇ ਵਿੱਚ ਕੀ ਫਰਕ ਆ? ਜਸ ਤੁਸੀਂ ਕਿਸੇ ਵੀ ਬੈਂਕ ਜਾਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ 'ਚ ਜਾਂਦੇ ਹੋ, ਜਦੋਂ ਮੌਰਗੇਜ ਵਾਸਤੇ ਉਹਨਾਂ ਦੀਆਂ ਇੱਕ ਸਟ੍ਰਿਕਟ ਗਾਈਡਲਾਈਨਸ ਹੁੰਦੀਆਂ ਉਸ ਇੰਸਟੀਟਿਊਸ਼ਨ ਦੇ ਰਿਗਾਰਡਿੰਗ। ਅਗਰ ਤੁਸੀਂ ਉਸ ਬੈਂਕ ਦੇ ਅਕੋਰਡਿੰਗਲੀ ਫਿੱਟ ਬਹਿਨੇ ਹੋ, ਤੁਹਾਨੂੰ ਹਾਂ ਜਾਂ ਨਾ ਕਰਕੇ ਤੁਹਾਨੂੰ ਇੱਕ ਆਨਸਰ ਦੇ ਦਿੰਦੇ ਆ। ਸਾਡੇ ਕੋਲੇ ਆਪਸ਼ਨਸ ਬਹੁਤ ਹੁੰਦੇ ਆ। ਐਟ ਐਨੀ ਗਿਵਨ ਟਾਈਮ ਸਾਡੇ ਕੋਲੇ ਕਾਫੀ ਸਾਰੀਆਂ ਏ ਬੈਂਕਸ ਹੁੰਦੀਆਂ ਜਿਨ੍ਹਾਂ ਨਾਲ ਅਸੀਂ ਅਫੀਲੀਏਟਡ ਹਾਂ, ਬਹੁਤ ਸਾਰੀਆਂ ਕ੍ਰੈਡਿਟ ਯੂਨੀਅਨ ਆ ਜਿਨ੍ਹਾਂ ਨਾਲ ਅਸੀਂ ਅਫੀਲੀਏਟਡ ਹਾਂ, ਬੀ ਬੈਂਕਸ ਨੇ ਜਿਨ੍ਹਾਂ ਦੇ ਨੋਰਮ ਜਾਂ ਗਾਈਡਲਾਈਨਸ ਜਿਹੜੇ ਨੇ ਉਹ ਏ ਨਾਲੋਂ ਥੋੜ੍ਹੇ ਰਿਲੈਕਸ ਹੁੰਦੇ ਨੇ, ਉਹਨਾਂ ਨਾਲ ਅਸੀਂ ਅਫੀਲੀਏਟਡ ਹਾਂ। ਤੇ ਇਫ ਐਨੀਥਿੰਗ ਡਜ਼ਨਟ ਵਰਕ ਆਊਟ, ਸਾਡੇ ਕੋਲੇ ਪ੍ਰਾਈਵੇਟ ਲੈਂਡਰਸ ਵੀ ਹੁੰਦੇ ਆ। ਤੁਸੀਂ ਜਦੋਂ ਇੱਕ ਬੈਂਕ 'ਚ ਮੂਵ ਇਨ ਕਰਦੇ ਹੋ ਤੇ ਤੁਹਾਨੂੰ ਉਹਨਾਂ ਦਾ ਆਨਸਰ ਹਾਂ ਜਾਂ ਨਾ 'ਚ ਹੁੰਦਾ, ਸਾਡਾ ਆਨਸਰ ਤੁਹਾਨੂੰ ਹੁੰਦਾ ਵੀ ਅਸੀਂ ਇਹਨੂੰ ਇਦਾਂ ਕਰ ਲੈਂਦੇ ਹਾਂ। ਸਹੀ ਗੱਲ ਹੈ। ਤੇ ਫਸਟ ਟਾਈਮ ਹੋਮ ਬਾਇਰ ਦੀ ਤੁਸੀਂ ਫਿਰ ਜ਼ਿਆਦਾ ਮਦਦ ਕਰ ਸਕਦੇ ਹੋ ਜਾਂ ਕਿ ਸੇਮ ਪ੍ਰੋਸੀਜਰ ਹੀ ਹੈ ਬੈਂਕ ਵਾਲਾ? ਦੇਖੋ, ਮੈਨੂੰ ਲੱਗਦਾ ਕਿ ਸਾਡੇ ਕੋਲ ਕਾਫੀ ਫਲੈਕਸੀਬਿਲਿਟੀ ਹੁੰਦੀ ਹੈ। ਅਮੂਮਨ ਜਿਹੜੀਆਂ ਬੈਂਕਸ ਹੁੰਦੀਆਂ ਉਹਨਾਂ ਦਾ ਮੌਰਗੇਜ ਦੇਣ ਦਾ ਤਰੀਕਾ ਹੁੰਦਾ ਹੈ ਕਿ ਤੁਹਾਡੇ ਜਿਹੜੀ ਗ੍ਰੋਸ ਇਨਕਮ ਨੈਟ ਇਨਕਮ ਬਣਦੀ ਹੈ, ਉਹਨਾਂ ਨੇ ਉਹਦੇ ਬੇਸ 'ਤੇ ਤੁਹਾਨੂੰ ਕੁਆਲੀਫਾਈ ਕਰਨਾ ਜਾਂ ਨਹੀਂ ਕਰਨਾ। ਸਾਡੇ ਕੋਲੇ ਜਿਹੜੀਆਂ ਬੀ ਬੈਂਕਸ ਨੇ ਜਾਂ ਪ੍ਰਾਈਵੇਟ ਲੈਂਡਰ ਨੇ ਜਾਂ ਕਈ ਏ ਬੈਂਕਸ ਵੀ ਨੇ, ਉਹ ਤੁਹਾਡੀ ਗ੍ਰੋਸ ਇਨਕਮ 'ਤੇ ਤੁਹਾਨੂੰ ਜਿਹੜੀ ਮੌਰਗੇਜ ਦੇ ਦਿੰਦੀਆਂ। ਹੁਣ ਅਮੂਮਨ ਜਿਹੜੇ ਆਪਣੇ ਮੁੰਡੇ ਨੇ ਉਹ ਟਰੱਕ ਚਲਾਉਂਦੇ ਨੇ, ਉਹਨਾਂ ਦੀ ਜਿਹੜੀ ਮੰਥਲੀ ਇਨਕਮ ਹੈ ਉਹ 6, 7, 8, 10 ਹਜ਼ਾਰ ਹੁੰਦੀ ਹੈ, ਡਿਪੈਂਡ ਕਰਦਾ ਲੋਕਲ ਚੱਲਦੇ ਨੇ ਜਾਂ ਲੌਂਗ ਹਾਲ ਚੱਲ ਰਹੇ ਆ। ਜਦੋਂ ਟੈਕਸ ਭਰਦੇ ਨੇ ਉਹ ਇਨਕਮ ਉਹਨਾਂ ਦੀ 20,000 25,000 ਸਾਲ ਦੀ ਆਉਂਦੀ ਹੈ, ਆਪਣੇ ਸਾਰੇ ਖਰਚੇ ਦਿਖਾ ਕੇ। ਹੁਣ ਜਿਹੜੀਆਂ ਬੈਂਕਸ ਨੇ ਉਹਨਾਂ ਨੇ ਤੁਹਾਡੀ ਮੌਰਗੇਜ 25-30 ਹਜ਼ਾਰ ਕੰਸੀਡਰ ਕਰਕੇ ਤੁਹਾਨੂੰ ਹਾਂ ਜਾਂ ਨਾ ਕਰਨੀ ਹੈ। ਸਾਡੇ ਕੋਲ ਇਹ ਫਲੈਕਸੀਬਿਲਿਟੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਮੰਥਲੀ ਇਨਕਮ 10-12 ਹਜ਼ਾਰ ਆ ਰਹੀ ਹੈ ਜਾਂ ਸਾਲ ਦੀ 1,20,000 ਸਵਾ ਲੱਖ ਜਿਹੜੀ ਆ ਰਹੀ ਹੈ, ਅਸੀਂ ਤੁਹਾਨੂੰ ਮੌਰਗੇਜ ਉਸ ਬੇਸ 'ਤੇ ਵੀ ਕਰਾ ਕੇ ਦੇ ਸਕਦੇ ਹਾਂ। ਬੈਂਕਸ ਜਿਹੜੀਆਂ ਤੁਹਾਨੂੰ ਨਹੀਂ ਕਰਾ ਕੇ ਦੇ ਸਕਦੇ।
ਸੋ ਇਹ ਸਾਡਾ ਡਿਫਰੈਂਸ ਆ ਜਾਂਦਾ, ਅਸੀਂ ਤੁਹਾਨੂੰ ਫਲੈਕਸੀਬਿਲਿਟੀ ਆਫਰ ਕਰਦੇ ਹਾਂ। ਠੀਕ ਹੈ ਜੀ। ਤੇ ਜਿਵੇਂ ਆਪਣੇ ਸੈਲਫ ਏਮਪਲੋਇਡ ਹੁੰਦੇ ਆ ਤੇ ਰੈਗੂਲਰ ਵਰਕ ਕਰਦੇ ਆ, ਤੇ ਉਹਨਾਂ ਦੇ ਵਿੱਚ ਕੀ ਡਿਫਰੈਂਸ ਆ ਵੀ ਕਿੱਦਾਂ ਮੌਰਗੇਜ ਨੂੰ ਕੋਈ ਇਫੈਕਟ ਕਰਦਾ ਉਹ ਚੀਜ਼ ਕਿ ਨਹੀਂ? ਹਾਂਜੀ, ਸੈਲਫ ਏਮਪਲੋਇਡ ਤੇ ਏਮਪਲੋਇਡ ਦੇ ਮੌਰਗੇਜ ਸਟਰਕਚਰ ਦਾ ਬਹੁਤ ਫਰਕ ਹੁੰਦਾ ਜੀ। ਠੀਕ ਹੈ ਜੀ। ਜਿਹੜਾ ਏਮਪਲੋਇਡ ਆ ਹਾਂਜੀ। ਉਹਦੇ ਵਿੱਚ ਅਸੀਂ ਉਹਦੀ ਜਿਹੜੀ ਆ ਨੈਟ ਸੈਲਰੀ ਲੈ ਕੇ ਜਿਹੜੀ ਉਹਦੀ T4 ਦੇ ਉੱਤੇ ਸ਼ੋਅ ਕਰਦੀ ਹੈ, ਅਸੀਂ ਉਹਨੂੰ ਕੁਆਲੀਫਾਈ ਕਰ ਦਿੰਦੇ ਹਾਂ। ਠੀਕ ਹੈ। ਜਿਹੜੀ ਸੈਲਫ ਏਮਪਲੋਇਡ ਦੀ ਮੌਰਗੇਜ ਹੈ ਜੀ, ਇਹ ਕਾਫੀ ਡਿਫਰ ਕਰਦੀ ਹੈ ਐਜ਼ ਕੰਪੇਅਰ ਟੂ ਏਮਪਲੋਇਡ, ਕਿਉਂਕਿ ਉਹਦੀ ਗ੍ਰੋਸ ਇਨਕਮ ਤੇ ਉਹਦੀ ਨੈਟ ਇਨਕਮ 'ਚ ਬਹੁਤ ਡਿਫਰੈਂਸ ਹੁੰਦਾ ਹੈ। ਫਰਜ਼ ਕਰੋ ਜੇ ਕੋਈ ਟਰੱਕਰ ਹੀ ਹੈ, ਉਹਦੀ ਗ੍ਰੋਸ ਇਨਕਮ ਹੋ ਸਕਦਾ 4 ਲੱਖ 5 ਲੱਖ ਹੋਵੇ ਐਜ਼ ਪਰ ਉਹਦੇ ਜਿਹੜੇ ਡਿਪੋਜ਼ਿਟਸ ਆ, ਜਿਹੜੇ ਉਹਦੇ ਬੈਂਕ 'ਚ ਡਿਪੋਜ਼ਿਟ ਆ ਰਹੇ ਆ, ਤੇ ਬਟ ਜਦੋਂ ਟੈਕਸ ਫਾਈਲ ਕਰਦਾ ਉਹਦੀ ਰਹਿ ਜਾਂਦੀ ਹੈ 25-30 ਹਜ਼ਾਰ। ਹਾਂਜੀ, ਠੀਕ ਹੈ, ਕਿਉਂਕਿ ਆਪਣੇ ਖਰਚੇ ਦਿਖਾ ਲੈਂਦਾ। ਸੋ ਇੱਥੇ ਬੈਂਕ ਨੂੰ ਡਿਸੀਜਨ ਲੈਣਾ ਬੜਾ ਔਖਾ ਹੈ, ਪਰ ਸਾਡੇ ਕੋਲੇ ਫਲੈਕਸੀਬਲ ਲੈਂਡਰਸ ਹੁੰਦੇ ਆ ਜਿਹੜੇ ਇਹ ਚੀਜ਼ਾਂ ਨੂੰ ਐਕਸੈਪਟ ਕਰਦੇ ਆ। ਠੀਕ ਹੈ ਜੀ। ਥੈਂਕ ਯੂ ਭਾਜੀ, ਮੈਨੂੰ ਲੱਗਦਾ ਵੀ ਆਪਾਂ ਕਾਫੀ ਡਿਟੇਲ ਦੇ ਵਿੱਚ ਡਿਸਕਸ਼ਨ ਕਰ ਲਈ। ਥੈਂਕਸ ਫॉर ਯੂਅਰ ਟਾਈਮ। ਤੇ ਫਿਰ ਵੀ ਜੇ ਤੁਹਾਨੂੰ ਕੋਈ ਫਰਦਰ ਡਿਟੇਲ ਦੀ ਲੋੜ ਹੋਵੇ ਤਾਂ ਤੁਸੀਂ ਭਾਜੀ ਨਾਲ ਜਾਂ ਮੈਨੂੰ ਕੰਟੈਕਟ ਕਰ ਸਕਦੇ ਹੋ।